Hello students, today we are going to start the difference between private and public company. लास्ट वजे ਅਸੀਂ ਆਪਣੀਆਂ ਕਾइंड्स ऑफ कंपनीज ਪੜ੍ਹੀਆਂ ਸੀ ਜਿਹਦੇ ਵਿੱਚ ਅਸੀਂ ਲਾਸਟ ਟਾਈਪ ਪੜ੍ਹੀ ਸੀ ਕੰਪਨੀਜ਼ ਅਕੋਰਡਿੰਗ ਟੂ ਟ੍ਰਾਂਸਫਰੇਬਿਲਿਟੀ ਆਫ ਸ਼ੇਅਰਸ ਜਿਹਦੇ ਵਿੱਚ ਕੰਪਨੀ ਦੋ ਤਰ੍ਹਾਂ ਦੀ ਹੁੰਦੀ ਹੈ ਪਬਲਿਕ ਕੰਪਨੀ ਤੇ ਪ੍ਰਾਈਵੇਟ ਕੰਪਨੀ ਰਜੇ ਦੈਨ ਅਸੀਂ ਪੜ੍ਹਿਆ ਸੀ ਸਪੈਸ਼ਲ ਪ੍ਰਿਵਿਲੇजेस ਐਂਡ ਐਗਜ਼ੈਂਪਸ਼ਨਸ ਅਵੇਲੇਬਲ ਟੂ ਪ੍ਰਾਈਵੇਟ ਕੰਪਨੀਜ਼ ਹੁਣ ਅਸੀਂ ਪੜ੍ਹਦੇ ਹਾਂ ਰਜੇ ਸ਼ੁਰੂ ਕਰਦੇ ਹਾਂ ਪ੍ਰਾਈਵੇਟ ਕੰਪਨੀ ਤੇ ਪਬਲਿਕ ਕੰਪਨੀ ਦੇ ਵਿੱਚ ਡਿਫਰੈਂਸ सब तो फस्ट रजे मिनिमम नंबर ऑफ मैंबरस रजे प्राइवेट कंपनी जो है ये मिनिमम 2 परसनस होने चाहिए ने कंपनी फॉर्म करने लई पब्लिक कंपनी रजे मिनिमम 7 परसनस होने चाहिए ने पब्लिक कंपनी नू फॉर्म करने लई नैक्सट रजे मैक्सीमम नंबर ऑफ मैंबरस रजे प्राइवेट कंपनी दे विच 200 तो वध मैंबर नहीं हो सकते तो पब्लिक कंपनी दे विच कोई रिस्ट्रिक्शनस नहीं होंदी मैंबरस ते मतलब मैक्सीमम किन्ने भी मैंबरस हो सकते हैं ठीक है जी नैक्सट रजे ट्रांसफरेबिलिटी ऑफ शेयर्स रजे जो प्राइवेट कंपनी होंदी आ ਉਹਦੇ ਵਿੱਚ ਅਸੀਂ ਆਪਣੇ ਸ਼ੇਅਰਸ ਨੂੰ ਟ੍ਰਾਂਸਫਰ ਨਹੀਂ ਕਰ ਸਕਦੇ ਉਹਦੇ ਰਿਸਟ੍ਰਿਕਸ਼ਨਸ ਹੁੰਦੀਆਂ ਨੇ ਪਬਲਿਕ ਕੰਪਨੀ ਦੇ ਵਿੱਚ ਰਜੇ ਅਸੀਂ ਆਪਣੇ ਸ਼ੇਅਰਸ ਨੂੰ ਟ੍ਰਾਂਸਫਰ ਕਰ ਸਕਦੇ ਹਾਂ ਨੈਕਸਟ ਰਜੇ ਪ੍ਰੋਸਪੈਕਟਸ ਰਜੇ ਜੋ ਪ੍ਰਾਈਵੇਟ ਕੰਪਨੀ ਹੁੰਦੀ ਹੈ ਬੇਟੇ ਉਹ ਪ੍ਰੋਸਪੈਕਟਸ ਇਸ਼ੂ ਨਹੀਂ ਕਰ ਸਕਦੀ ਜੋ ਪਬਲਿਕ ਕੰਪਨੀ ਹੁੰਦੀ ਹੈ ਰਜੇ ਉਹ ਸਬਸਕ੍ਰਿਪਸ਼ਨ ਜੋ ਹੈ ਇਨਵਾਈਟ ਕਰ ਸਕਦੀ ਆ ਥਰੂ ਇਸ਼ੂ ਆਫ ਪ੍ਰੋਸਪੈਕਟਸ विच मीनस कि मतलब पब्लिक कंपनी जो है वह प्रोस्पैक्टस इशू कर सकती है ठीक है जी नैक्सट है रजे मिनिमम डायरैक्टर्स रजे प्राइवेट कंपनी दे विच एटलीस्ट 2 डायरैक्टर होने चाहिए तो पब्लिक कंपनी दे विच किन्ने होने चाहिए एटलीस्ट 3 डायरैक्टर्स नैक्सट रजे रिटायरमेंट ऑफ डायरैक्टर्स रिटायरमेंट ऑफ डायरैक्टर्स दे विच रजे जिहड़ी प्राइवेट कंपनी आ उहदे विच कोई भी मतलब जो रिटायर बाय रोटेशन हुंदी आ डायरैक्टर्स दी ਉਹ नहीं हुंदी जरूरी मतलब रिटायरमेंट जरूरी नहीं हुंदी पब्लिक कंपनी दे विच रजे हुंदी है ठीक है 2/3 ਜਿਹੜੇ डायरैक्टर्स ने उन्होंने रिटायर किया जाता है नैक्सट रजे कोरम फॉर मीटिंग्स रजे जिहड़ी मीटिंग रखी जाती है प्राइवेट कंपनी दे विच ਉਹਦੇ ਵਿੱਚ 2 मैंबरस होने जरूरी ने ਤੇ ਪਬਲਿਕ ਕੰਪਨੀ ਦੇ ਵਿੱਚ ਰਜੇ ਕੋਰਮ ਦੇ ਵਿੱਚ 5 ਮੈਂਬਰਸ ਹੋਣੇ ਜ਼ਰੂਰੀ ਨੇ ਨੈਕਸਟ ਰਜੇ ਮੈਨੇਜਰਲ ਰੈਮੂਨਰੇਸ਼ਨ ਰਜੇ ਮੈਨੇਜਰਲ ਰੈਮੂਨਰੇਸ਼ਨ ਦੇ ਵਿੱਚ ਕੀ ਹੁੰਦਾ ਪਰ ਪ੍ਰਾਈਵੇਟ ਕੰਪਨੀ ਦੇ ਵਿੱਚ ਕੋਈ ਰਿਸਟ੍ਰਿਕਸ਼ਨਸ ਨਹੀਂ ਹੁੰਦੀਆਂ ਮੈਨੇਜਰਲ ਰੈਮੂਨਰੇਸ਼ਨ ਤੇ ਬਟ ਪਬਲਿਕ ਕੰਪਨੀ ਦੇ ਵਿੱਚ ਰਜੇ ਹੁੰਦੀ ਹੈ ਇਹ ਮਤਲਬ ਜੋ ਨੈਟ ਪ੍ਰੋਫਿਟ ਦਾ 11% ਹੈ ਉਹ ਟੋਟਲ ਰੈਮੂਨਰੇਸ਼ਨ मतलब जो है 11% ਤੋਂ ਐਕਸੀਡ ਨਹੀਂ ਕਰਨੀ ਚਾਹੀਦੀ मतलब ਇਸ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਨੈਕਸਟ ਹੈ ਰਜੇ ਪਬਲਿਕ ਡਿਪੋਜ਼ਿਟਸ ਹੁਣ ਰਜੇ ਪਬਲਿਕ ਡਿਪੋਜ਼ਿਟਸ ਦੇ ਵਿੱਚ ਕੀ ਹੈ ਜਿਹੜੀ ਪ੍ਰਾਈਵੇਟ ਕੰਪਨੀ ਹੈ ਰਜੇ ਉਹ ਪਬਲਿਕ ਤੋਂ ਡਿਪੋਜ਼ਿਟਸ ਅਸੈਪਟ ਨਹੀਂ ਕਰ ਸਕਦੀ ਠੀਕ ਹੈ ਜੀ ਬਟ ਜਿਹੜੀ ਰਜੇ ਪਬਲਿਕ ਕੰਪਨੀ ਹੈ ਉਹ ਪਬਲਿਕ ਤੋਂ ਡਿਪੋਜ਼ਿਟਸ ਅਸੈਪਟ ਕਰਦੀ ਹੈ ਨੈਕਸਟ ਰਜੇ ਪੇਡ ਅਪ ਕੈਪੀਟਲ ਰਜੇ ਮੈਂ ਲਾਸਟ ਤੁਹਾਨੂੰ ਦੱਸਿਆ ਸੀ ਕਿ ਪੇਡ ਅਪ ਕੈਪੀਟਲ ਕੀ ਹੁੰਦੀ ਆ ਆਈ ਥਿੰਕ ਕਲਾਸ 'ਚ ਡਿਸਕਸ ਹੋਇਆ ਸੀ ਰਜੇ ਪੇਡ ਅਪ ਕੈਪੀਟਲ ਉਹ ਹੁੰਦੀ ਆ ਦੇਖੋ ਜਿਵੇਂ ਕਿ ਸ਼ੇਅਰ ਹੋਲਡਰਸ ਨੇ ਆਪਣੀ ਕੰਪਨੀ ਦੇ ਵਿੱਚੋਂ ਸ਼ੇਅਰ ਹੋਲਡ ਕੀਤੇ ਉਹਦੇ ਬਦਲੇ ਰਜੇ ਸ਼ੇਅਰ ਹੋਲਡਰਸ ਜਿੰਨੇ ਪੈਸੇ ਦਿੰਦੀ ਆ ਕੰਪਨੀ ਨੂੰ ਉਹਨੂੰ ਅਸੀਂ ਕਹਿੰਦੇ ਆ ਪੇਡ ਅਪ ਕੈਪੀਟਲ ਠੀਕ ਹੈ ਜੀ ਰਜੇ ਜੋ ਪ੍ਰਾਈਵੇਟ ਕੰਪਨੀ ਹੁੰਦੀ ਆ ਇਹਦੇ ਵਿੱਚ ਜਦੋਂ ਪ੍ਰਾਈਵੇਟ ਕੰਪਨੀ ਰਜਿਸਟਰਡ ਹੁੰਦੀ ਆ ਉਹ ਮਿਨੀਮਮ ਪੇਡ ਅਪ ਕੈਪੀਟਲ ਉਹਦੀ ਉਦੋਂ ਕਿੰਨੀ ਹੋਣੀ ਚਾਹੀਦੀ ਹੈ 1 ਲੱਖ ਤੇ ਪਬਲਿਕ ਕੰਪਨੀ ਦੇ ਵਿੱਚ ਰਜੇ ਕੋਈ ਰਿਕੁਆਇਰਮੈਂਟਸ ਨਹੀਂ ਹੁੰਦੀਆਂ ਹੈਗੀਆਂ ਪੇਡ ਅਪ ਕੈਪੀਟਲ ਦੀਆਂ ਠੀਕ ਹੈ ਜੀ ਸੋ ਰਜੇ ਉਹ ਸੀ ਸਾਡਾ ਪ੍ਰਾਈਵੇਟ ਕੰਪਨੀ ਤੇ ਪਬਲਿਕ ਕੰਪਨੀ ਦੇ ਵਿੱਚ ਡਿਫਰੈਂਸ ਰਜੇ ਹੁਣ ਅਸੀਂ ਕਰਦੇ ਹਾਂ ਪਾਰਟਨਰਸ਼ਿਪ ਤੇ ਜੁਆਇੰਟ ਸਟਾਕ ਕੰਪਨੀ ਦੇ ਵਿੱਚ ਡਿਫਰੈਂਸ ਸਭ ਤੋਂ ਫਸਟ ਹੈ ਰਜੇ ਗਵਰਨਿੰਗ ਸਟੈਚਿਊਟ ਰਜੇ ਦੇਖੋ ਜਿਹੜੀ ਪਾਰਟਨਰਸ਼ਿਪ ਆ ਉਹ ਕਿਹਦੇ ਦੁਆਰਾ ਗਵਰਨ ਕੀਤੀ ਜਾਂਦੀ ਆ ਇੱਕ ਐਕਟ ਦੇ ਦੁਆਰਾ ਗਵਰਨ ਕੀਤੀ ਜਾਂਦੀ ਆ ਉਹ ਐਕਟ ਕਿਹੜਾ ਹੁੰਦਾ ਰਜੇ ਪਾਰਟਨਰਸ਼ਿਪ ਐਕਟ 1932 ਤੇ ਰਜੇ ਜਿਹੜੀ ਜੁਆਇੰਟ ਸਟਾਕ ਕੰਪਨੀ ਆ ਉਹ ਕਿਹਦੇ ਦੁਆਰਾ ਗਵਰਨ ਕੀਤੀ ਜਾਂਦੀ ਹੈ ਕੰਪਨੀਜ਼ ਐਕਟ 2013 ਨੈਕਸਟ ਹੈ ਰਜੇ ਰਜਿਸਟ੍ਰੇਸ਼ਨ ਰਜੇ ਜਿਹੜੀ ਪਾਰਟਨਰਸ਼ਿਪ ਫਰਮ ਹੁੰਦੀ ਆ ਉਹਦੇ ਵਿੱਚ ਜੋ ਰਜਿਸਟ੍ਰੇਸ਼ਨ ਹੁੰਦੀ ਆ ਉਹ ਕੰਪਲਸਰੀ ਨਹੀਂ ਹੁੰਦੀ ਠੀਕ ਹੈ ਜੀ ਕੁਝ ਪ੍ਰਿਵਿਲੇजेस ਹੁੰਦੀਆਂ ਨੇ ਜਿਹੜੀਆਂ ਕਿ ਰਜਿਸਟਰਡ ਫਰਮਸ ਨੂੰ ਮਤਲਬ ਮਿਲਦੀਆਂ ਨੇ ਠੀਕ ਹੈ ਜਿਹਦੇ ਵਿੱਚ ਮਤਲਬ ਅਨਰਜਿਸਟਰਡ ਜੋ ਹੁੰਦੀਆਂ ਨੇ ਉਹਨਾਂ ਨੂੰ ਲਾਈਕ ਆਪਾਂ ਕਹਿੰਦੇ ਨਾ ਇਗਨੋਰ ਕੀਤਾ ਜਾਂਦਾ ਹੈ ਰਿਜੈਕਟ ਕੀਤਾ ਜਾਂਦਾ ਹੈ ਠੀਕ ਹੈ ਇਹ ਜੋ ਪ੍ਰਿਵਿਲੇजेस ਹੁੰਦੀਆਂ ਨੇ ਇਨਡਾਇਰੈਕਟਲੀ ਰਜਿਸਟ੍ਰੇਸ਼ਨ ਨੂੰ ਇਨਕਰੇਜ ਕਰਦੀਆਂ ਨੇ ਮਤਲਬ ਰਜਿਸਟ੍ਰੇਸ਼ਨ ਜ਼ਰੂਰੀ ਹੈ ਨੈਕਸਟ ਜੁਆਇੰਟ ਸਟਾਕ ਕੰਪਨੀ ਰਜੇ ਇਹਦੇ ਵਿੱਚ ਜਿਹੜੀ ਕੰਪਨੀ ਦੀ ਰਜਿਸਟ੍ਰੇਸ਼ਨ ਹੁੰਦੀ ਆ ਉਹ ਕੰਪਲਸਰੀ ਹੁੰਦੀ ਆ मतलब पार्टनरशिप ਦੇ ਵਿੱਚ ਕੰਪਲਸਰੀ ਨਹੀਂ ਹੁੰਦੀ ਬਟ ਪ੍ਰਿਵਿਲੇजेस ਐਨਕਰੇਜ ਜ਼ਰੂਰ ਕਰਦੇ ਨੇ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਜੁਆਇੰਟ ਸਟਾਕ ਕੰਪਨੀ ਦੇ ਵਿੱਚ ਰਜਿਸਟ੍ਰੇਸ਼ਨ ਰਜੇ ਜ਼ਰੂਰੀ ਹੁੰਦੀ ਆ ਇਹਦੇ ਵਿੱਚ ਰਜੇ 2 ਸਟੇजेस ਹੁੰਦੀਆਂ ਨੇ ਇੱਕ ਤਾਂ ਹੁੰਦਾ ਰਜੇ ਰਜਿਸਟਰਿੰਗ ਪਬਲਿਕ ਕੰਪਨੀ ਠੀਕ ਹੈ ਮਤਲਬ ਸੌਰੀ 2 ਸਟੇजेस ਹੁੰਦੀਆਂ ਨੇ ਜਿਹਦੇ ਵਿੱਚ ਇੱਕ ਹੁੰਦੀ ਰਜੇ ਇਨਕੋਰਪੋਰੇਸ਼ਨ ਤੇ ਸੈਕਿੰਡ ਹੁੰਦੀ ਹੈ ਰਜੇ ਕਮੈਂਸਮੈਂਟ ਆਫ ਬਿਜ਼ਨਸ ਰਜੇ ਜੋ ਪਬਲਿਕ ਕੰਪਨੀ ਹੈ
ਜਿਹਦੇ ਕੋਲੇ ਰਜੇ ਸ਼ੇਅਰ ਕੈਪੀਟਲ ਵੀ ਹੈਗੀ ਆ, ਉਹ ਉਦੋਂ ਤੱਕ ਆਪਣਾ ਬਿਜ਼ਨਸ ਨਹੀਂ ਸਟਾਰਟ ਕਰ ਸਕਦੇ ਰਜੇ ਜਦੋਂ ਤੱਕ ਉਹਨਾਂ ਨੂੰ ਸੈਕਿੰਡ ਸਰਟੀਫਿਕੇਟ ਨਹੀਂ ਮਿਲਦਾ। ਸੈਕਿੰਡ ਸਰਟੀਫਿਕੇਟ ਮਿਲਣ ਤੋਂ ਬਾਅਦ ਹੀ ਆਪਣਾ ਬਿਜ਼ਨਸ ਸਟਾਰਟ ਕਰ ਸਕਦੇ ਨੇ। ਹੁਣ ਰਜੇ ਸੈਕਿੰਡ ਸਰਟੀਫਿਕੇਟ ਕਿਹੜਾ ਹੁੰਦਾ? ਕਮੈਂਸਮੈਂਟ ਆਫ ਬਿਜ਼ਨਸ ਦਾ ਸਰਟੀਫਿਕੇਟ। ਨੈਕਸਟ ਹੈ ਰਜੇ ਨੰਬਰ ਆਫ ਮੈਂਬਰਸ। ਪਾਰਟਨਰਸ਼ਿਪ ਵਿਦ ਰਜੇ ਜਿਹੜੀ ਹੈ ਉਹਦੇ ਵਿੱਚੋਂ ਪਾਰਟਨਰਸ਼ਿਪ ਸਟਾਰਟ ਕੀਤੀ ਜਾਂਦੀ ਹੈ ਉਹ ਐਟਲੀਸਟ 2 ਪਰਸਨਲਸ ਨਾਲ ਸਟਾਰਟ ਹੋ ਸਕਦੀ ਹੈ, ਠੀਕ ਹੈ। ਤੇ ਇਹਦੇ ਵਿੱਚ ਰਜੇ ਮੈਕਸਿਮਮ ਨੰਬਰ ਆਫ ਮੈਂਬਰਸ ਨਹੀਂ ਮੈਂਸ਼ਨ ਕੀਤੇ ਮਤਲਬ ਨਹੀਂ ਕੀਤੇ ਗਏ ਮੈਂਸ਼ਨ। ਤੇ ਰਜੇ ਜਿਹੜੀ ਜੁਆਇੰਟ ਸਟਾਕ ਕੰਪਨੀ ਹੁੰਦੀ ਆ ਇਹਦੇ ਵਿੱਚ ਕੀ ਹੁੰਦੇ ਰਜੇ ਮਿਨੀਮਮ ਜੋ ਕਹਿ ਲਓ ਜਾਂ ਮਤਲਬ ਪ੍ਰਾਈਵੇਟ ਕੰਪਨੀ ਹੁੰਦੀ ਆ ਉਹਦੇ ਵਿੱਚ ਐਟਲੀਸਟ 2 ਪਰਸਨਸ ਹੋਣੇ ਚਾਹੀਦੇ ਆ, ਠੀਕ ਹੈ। ਮੈਕਸਿਮਮ ਉਹਦੇ ਵਿੱਚ 200 ਹੋਣੇ ਚਾਹੀਦੇ ਆ। ਤੇ ਪਬਲਿਕ ਕੰਪਨੀ ਲਈ ਐਟਲੀਸਟ ਮਤਲਬ ਮਿਨੀਮਮ ਜੋ ਹੁੰਦੇ ਆ ਉਹ 7 ਪਰਸਨ ਹੋਣੇ ਚਾਹੀਦੇ ਆ ਤੇ ਮੈਕਸਿਮਮ ਦੀ ਕੋਈ ਲਿਮਿਟ ਨਹੀਂ ਹੁੰਦੀ। ਰਜੇ ਇੱਕ ਵਾਰ ਮੈਂ ਦੁਬਾਰਾ ਦੱਸ ਦਿੰਦੀ ਆ, ਪਾਰਟਨਰਸ਼ਿਪ ਦੇ ਵਿੱਚ ਸਟਾਰਟਿੰਗ ਜੋ ਮਿਨੀਮਮ ਮੈਂਬਰਸ 2 ਹੁੰਦੇ ਆ, ਮੈਕਸਿਮਮ ਕੁਝ ਮੈਂਸ਼ਨ ਨਹੀਂ ਆ। ਜੁਆਇੰਟ ਸਟਾਕ ਦੇ ਵਿੱਚ ਪ੍ਰਾਈਵੇਟ ਦੇ ਵਿੱਚ ਮਿਨੀਮਮ 2 ਹੁੰਦੇ ਆ, ਮੈਕਸਿਮਮ 200। ਪਬਲਿਕ ਕੰਪਨੀ ਦੇ ਵਿੱਚ ਮਿਨੀਮਮ 7 ਮੈਂਬਰਸ ਔਰ ਮੈਕਸਿਮਮ ਦੀ ਕੋਈ ਲਿਮਿਟ ਨਹੀਂ ਹੁੰਦੀ। ਨੈਕਸਟ ਰਜੇ ਲੀਗਲ ਸਟੇਟਸ। ਪਾਰਟਨਰਸ਼ਿਪ ਦੇ ਵਿੱਚ ਰਜੇ ਕੋਈ ਲੀਗਲ ਐਂਟੀਟੀ ਨਹੀਂ ਹੁੰਦੀ ਸੈਪਰੇਟ ਮੈਂਬਰਸ ਦੀ, ਠੀਕ ਹੈ। ਮੈਂਬਰਸ ਰਜੇ ਮਤਲਬ ਫਰਮ ਦੇ ਨਾਲ ਕਿਸੇ ਨਾਲ ਐਗਰੀਮੈਂਟ ਦੇ ਵਿੱਚ ਐਂਟਰ ਨਹੀਂ ਕਰ ਸਕਦੇ। ਜੁਆਇੰਟ ਸਟਾਕ ਕੰਪਨੀ ਦੇ ਵਿੱਚ ਰਜੇ ਸੈਪਰੇਟ ਲੀਗਲ ਐਂਟੀਟੀ ਹੁੰਦੀ ਆ ਕਿਉਂਕਿ ਰਜੇ ਦੇ ਵਿੱਚ ਕੰਪਨੀ ਦੀ ਖੁਦ ਦੀ ਇੱਕ ਇਮੇਜ ਹੁੰਦੀ ਆ, ਇੱਕ ਕੰਪਨੀ ਨੂੰ ਆਰਟੀਫੀਸ਼ੀਅਲ ਪਰਸਨ ਮੰਨਿਆ ਜਾਂਦਾ। ਸੋ ਕੰਪਨੀ ਦੀ ਇੱਕ ਕੀ ਹੁੰਦੀ ਆ? ਕਾਮਨ ਸੀਲ ਹੁੰਦੀ ਆ। ਸੋ ਕੋਈ ਵੀ ਕੰਟਰੈਕਟ ਕੀਤਾ ਜਾਂਦਾ ਕੰਪਨੀ ਨਾਲ ਉਹ ਕਾਮਨ ਸੀਲ ਤੋਂ ਬਿਨਾਂ ਜਿੰਨਾ ਚਿਰ ਉਹ ਸੀਲ ਨਹੀਂ ਲੱਗੇਗੀ ਉਹ ਇੱਕ ਤਰ੍ਹਾਂ ਦੇ ਕੰਪਨੀ ਦੇ ਸਿਗਨੇਚਰ ਹੁੰਦੇ ਆ, ਉਦੋਂ ਬਿਨਾਂ ਉਹ ਕੰਟਰੈਕਟ ਫਾਈਨਲਾਈਜ਼ ਨਹੀਂ ਹੋਊਗਾ। ਨੈਕਸਟ ਰਜੇ ਲਾਇਬਿਲਿਟੀ। ਲਾਇਬਿਲਿਟੀ ਦੇ ਵਿੱਚ ਰਜੇ ਕੀ ਹੁੰਦਾ? ਜਿਹੜੀ ਪਾਰਟਨਰਸ ਦੀ ਲਾਇਬਿਲਿਟੀ ਅਨਲਿਮਿਟਿਡ ਹੁੰਦੀ ਆ ਕਿਉਂਕਿ ਪਾਰਟਨਰਸ ਨੇ ਜੁਆਇੰਟਲੀ ਉਹਨਾਂ ਦੀ ਮਤਲਬ ਆਪਣੀ ਆਪਣੀ ਰਿਸਪੌਂਸਿਬਿਲਿਟੀ ਹੁੰਦੀ ਹੈ। ਮੰਨ ਲਓ ਕੋਈ 4 ਪਾਰਟਨਰਸ ਨੇ, ਉਹਨਾਂ ਨੇ ਬਿਜ਼ਨਸ ਸ਼ੁਰੂ ਕੀਤਾ, ਮੰਨ ਲਓ ਕੱਲ ਨੂੰ ਇਹਨਾਂ ਨੂੰ 2 ਲੱਖ ਦਾ ਲੋਨ ਹੁੰਦਾ ਤਾਂ ਚਾਰੋਂ ਦੇ ਚਾਰੋਂ ਜੋ ਕੀ ਹੋਣਗੇ ਬਰਾਬਰ ਦੇ ਹੱਕਦਾਰ ਹੋਣਗੇ ਉਸ ਲੋਨ ਦੀ ਭਰਪਾਈ ਕਰਨ ਲਈ, ਠੀਕ ਹੈ। ਇਹ ਨਹੀਂ ਹੈਗਾ ਕਿ ਕਿਸੇ ਨੇ ਇੰਨਾ ਕੁ ਇਨਵੈਸਟ ਕੀਤਾ ਜਾਂ ਉਹ ਇੰਨੇ ਕੁ ਲਈ ਹੈ, ਇਹਨਾਂ ਦੀ ਲਾਇਬਿਲਿਟੀ ਅਨਲਿਮਿਟਿਡ ਹੁੰਦੀ ਆ। ਜੁਆਇੰਟ ਸਟਾਕ ਕੰਪਨੀ ਦੇ ਵਿੱਚ ਰਜੇ ਕੀ ਹੁੰਦੇ ਆ? ਸ਼ੇਅਰ ਹੋਲਡਰਸ ਦੀ ਜੋ ਲਾਇਬਿਲਿਟੀ ਹੁੰਦੀ ਆ ਉਹ ਲਿਮਿਟਿਡ ਹੁੰਦੀ ਆ। ਜੇ ਉਹਨਾਂ ਨੇ ਸ਼ੇਅਰਸ ਦੇ ਪੈਸੇ ਫੁੱਲੀ ਪੇਡ ਅਪ ਕੀਤੇ ਹੋਏ ਆ ਤਾਂ ਉਹਨਾਂ ਨੂੰ ਕੋਈ ਲਾਇਬਿਲਿਟੀ ਨਹੀਂ ਹੁੰਦੀ, ਪਰਸਨਲੀ ਲਾਇਬਿਲਿਟੀ ਉਹਨਾਂ ਦੇ ਕੋਈ ਨਹੀਂ ਹੁੰਦੀ, ਨਿਲ ਹੁੰਦੀ ਆ। ਅਗਰ ਉਹਨੇ ਸ਼ੇਅਰਸ ਦੇ ਹਾਫ ਵੈਲਿਊ ਪੇ ਕੀਤੀ ਹੋਈ ਆ ਤੇ ਹਾਫ ਉਹਨੇ ਨਹੀਂ ਕੀਤੀ ਹੋਈ, ਸੋ ਜਿਹੜੀ ਅਨਪੇਡ ਹੈ ਉਹ ਸਿਰਫ ਉਹਨਾਂ ਲਈ ਹੀ ਰਿਸਪੌਂਸਿਬਲ ਹੋਣਗੇ, ਠੀਕ ਹੈ ਜੀ। ਨੈਕਸਟ ਅਗਰ ਜੇ ਟ੍ਰਾਂਸਫਰ ਆਫ ਸ਼ੇਅਰ। ਪਾਰਟਨਰਸ਼ਿਪ ਦੇ ਵਿੱਚ ਜੇ ਆਪਣਾ ਸ਼ੇਅਰ ਸਿਰਫ ਉਦੋਂ ਟ੍ਰਾਂਸਫਰ ਕਰ ਸਕਦੇ ਆ ਜਦੋਂ ਸਾਰੇ ਪਾਰਟਨਰਸ ਦੀ ਕੰਸੈਂਟ ਹੋਈ ਹੋਵੇ। ਜੁਆਇੰਟ ਸਟਾਕ ਕੰਪਨੀ ਦੇ ਵਿੱਚ ਜੇ ਜੋ ਕੀ ਹੁੰਦਾ ਕਿ ਸ਼ੇਅਰ ਹੋਲਡਰਸ ਕਦੋਂ ਵੀ ਆਪਣੇ ਸ਼ੇਅਰਸ ਨੂੰ ਸੈਲ ਕਰ ਸਕਦੇ ਆ ਜਦੋਂ ਵੀ ਉਹਨਾਂ ਨੂੰ ਲੱਗਦਾ, ਠੀਕ ਹੈ ਜੀ, ਕਿਉਂਕਿ ਮਤਲਬ ਇਹਨਾਂ ਨਾਲ ਕੋਈ ਕੰਪਨੀ ਨਾਲ ਕੋਈ ਵੀ ਬਾਈਂਡਿੰਗ ਨਹੀਂ ਹੁੰਦੀ ਸ਼ੇਅਰ ਨੂੰ ਟ੍ਰਾਂਸਫਰ ਕਰਨ ਤੇ। ਨੈਕਸਟ ਹੈ ਜੇ ਮੈਨੇਜਮੈਂਟ ਐਂਡ ਕੰਟਰੋਲ। ਪਾਰਟਨਰਸ਼ਿਪ ਦੇ ਵਿੱਚ ਰਜੇ ਜਿਹੜਾ ਮੈਨੇਜ ਕੀਤਾ ਜਾਂਦੀਆਂ ਸਾਰੀਆਂ ਐਕਟੀਵਿਟੀਜ਼ ਜਾਂ ਕੰਟਰੋਲ ਕੀਤੀਆਂ ਜਾਂਦੀਆਂ ਉਹ ਪਾਰਟਨਰਸ ਦੁਆਰਾ ਕੀਤੀਆਂ ਜਾਂਦੀਆਂ ਨੇ, ਠੀਕ ਹੈ ਜੀ। ਜੁਆਇੰਟ ਸਟਾਕ ਕੰਪਨੀ ਦੇ ਵਿੱਚ ਰਜੇ ਸ਼ੇਅਰ ਹੋਲਡਰਸ ਜੋ ਮੈਂਬਰਸ ਮਤਲਬ ਜੋ ਰਿਪਰੈਜ਼ੈਂਟੇਟਿਵਸ ਇਲੈਕਟ ਕਰਦੇ ਨੇ ਉਹਨਾਂ ਦੁਆਰਾ ਜੋ ਹੈ ਸਾਰੀ ਕੰਪਨੀ ਮੈਨੇਜ ਕੀਤੀ ਜਾਂਦੀ ਹੈ। ਨੈਕਸਟ ਹੈ ਰਜੇ ਸਟੈਚੂਟਰੀ ਆਬਲੀਗੇਸ਼ਨਸ। ਰਜੇ ਪਾਰਟਨਰਸ਼ਿਪ ਦੇ ਵਿੱਚ ਪਾਰਟਨਰਸ਼ਿਪ ਜੋ ਹੈ ਕਿਸੇ ਵੀ ਸਟੈਚੂਟਰੀ ਆਬਲੀਗੇਸ਼ਨ ਦੇ ਅੰਡਰ ਨਹੀਂ ਹੁੰਦੀ, ਕੋਈ ਜ਼ਿਆਦਾ ਇਹਦੇ ਰੂਲਸ ਰੈਗੂਲੇਸ਼ਨਸ ਨਹੀਂ ਹੁੰਦੇ, ਠੀਕ ਹੈ। ਮਤਲਬ ਇਹਨਾਂ ਨੂੰ ਕੋਈ ਅਕਾਊਂਟਸ ਵਗੈਰਾ ਐਡਿਟ ਕਰਨੇ ਕੋਈ ਜ਼ਰੂਰੀ ਨਹੀਂ ਹੁੰਦੇ, ਬਟ ਜੁਆਇੰਟ ਸਟਾਕ ਕੰਪਨੀ ਦੇ ਵਿੱਚ ਰਜੇ ਜ਼ਰੂਰੀ ਹੁੰਦੇ ਆ ਪੀਰੀਓਡਿਕਲੀ ਆਡਿਟ ਕਰਵਾਉਣੇ ਅਕਾਊਂਟਸ, ਠੀਕ ਹੈ। ਕੁਝ ਇਨਫੋਰਮੇਸ਼ਨ ਪੀਰੀਓਡਿਕਲੀ ਆਰਓਸੀ ਨੂੰ ਸਪਲਾਈ ਕਰਨੀ। ਆਰਓਸੀ ਕੀ ਹੁੰਦਾ ਰਜੇ? ਰਜਿਸਟਰਾਰ ਆਫ ਕੰਪਨੀਜ਼। ਨੈਕਸਟ ਹੈ ਰਜੇ ਕੰਟੀਨਿਊਟੀ। ਪਾਰਟਨਰਸ਼ਿਪ ਕੰਸਰਨ ਰਜੇ ਡਿਸੋਲਵ ਹੋ ਜਾਂਦੀ ਹੈ ਜੇ ਕਿਸੇ ਪਾਰਟਨਰ ਦੀ ਡੈਥ ਹੋ ਜਾਏ ਜਾਂ ਇਨਸੋਲਵੈਂਸੀ ਹੋ ਜਾਏ, ਲੇਕਿਨ ਰਜੇ ਜੁਆਇੰਟ ਸਟਾਕ ਕੰਪਨੀ ਨੂੰ ਕੋਈ ਇਫੈਕਟ ਨਹੀਂ ਪੈਂਦਾ ਚਾਹੇ ਕੋਈ ਬੰਦੇ ਦੀ ਡੈਥ ਹੋ ਰਹੀ ਹੈ, ਚਾਹੇ ਕੋਈ ਬੰਦਾ ਰਿਟਾਇਰ ਹੋ ਰਿਹਾ, ਚਾਹੇ ਇਨਸੋਲਵੈਂਸੀ ਹੋ ਰਹੀ ਹੈ, ਠੀਕ ਹੈ ਜੀ। ਇਹਦੇ ਵਿੱਚ ਬੰਦਾ ਆ ਰਿਹਾ ਬੰਦਾ ਜਾ ਰਿਹਾ, ਕੰਪਨੀ ਨੂੰ ਕੋਈ ਫਰਕ ਨਹੀਂ ਪੈਂਦਾ। ਰਜੇ ਅਥਾਰਟੀ ਆਫ ਮੈਂਬਰਸ। ਨੈਕਸਟ ਹੈ ਰਜੇ ਦੇ ਵਿੱਚ ਕੀ ਹੁੰਦਾ ਜਿਹੜਾ ਪਾਰਟਨਰ ਹੁੰਦਾ ਉਹ ਫਰਮ ਦੇ ਐਕਟਸ ਦੇ ਨਾਲ ਮਤਲਬ ਬਾਈਂਡ ਕੀਤਾ ਜਾਂਦਾ, ਉਹਨੂੰ ਮਤਲਬ ਉਹ ਬੰਨਿਆ ਜਾਂਦਾ ਫਰਮ ਦੇ ਨਾਲ, ਠੀਕ ਹੈ ਜੀ। ਉਹਦੀ ਇੱਕ ਅਥਾਰਟੀ ਹੋ ਜਾਂਦੀ ਹੈ, ਉਹ ਪਾਰਟਨਰ ਜਿਹੜਾ ਫਰਮ ਦਾ ਐਜ਼ ਅ ਏਜੰਟ ਕੰਮ ਕਰਦਾ। ਲੇਕਿਨ ਜੇ ਜੁਆਇੰਟ ਸਟਾਕ ਕੰਪਨੀ ਦੇ ਵਿੱਚ ਸ਼ੇਅਰ ਹੋਲਡਰਸ ਤੇ ਐਜ ਕੋਈ ਅਥਾਰਟੀ ਬਾਈਂਡ ਨਹੀਂ ਕੀਤੀ ਜਾਂਦੀ, ਉਹਨਾਂ ਨੂੰ ਕੰਪਨੀ ਦੇ ਬਿਹਾਫ ਤੇ ਕੋਈ ਕੰਮ ਨਹੀਂ ਕਰਨਾ ਪੈਂਦਾ। ਲਾਸਟ ਹੈ ਰਜੇ ਵਾਈਂਡਿੰਗ ਅਪ। ਵਾਈਂਡਿੰਗ ਅਪ ਦੇ ਵਿੱਚ ਕੀ ਆਉਂਦਾ ਰਜੇ ਜਿਹੜੀ ਪਾਰਟਨਰਸ਼ਿਪ ਹੈ ਇਹ ਈਜ਼ੀਲੀ ਡਿਸੋਲਵ ਹੋ ਜਾਂਦੀ ਹੈ, ਕੋਈ ਇਹ 'ਚ ਲੀਗਲ ਫਾਰਮੈਲਿਟੀਜ਼ ਨਹੀਂ ਇੰਨੀਆਂ ਹੁੰਦੀਆਂ ਵਾਈਂਡ ਅਪ ਕਰਨ ਦੇ ਲਈ। ਬਟ ਰਜੇ ਜੋ ਜੁਆਇੰਟ ਸਟਾਕ ਕੰਪਨੀ ਹੁੰਦੀ ਆ ਇਹ ਸਿਰਫ ਓਨਲੀ ਉਦੋਂ ਹੀ ਵਾਊਂਡ ਅਪ ਹੋ ਸਕਦੇ ਜਦੋਂ ਕੋਰਟ ਦੁਆਰਾ ਇਹਨਾਂ ਨੂੰ ਆਰਡਰ ਆਉਂਦੇ ਆ। ਜੇ ਕੋਰਟ ਸੈਟੀਸਫਾਈ ਹੈ ਮਤਲਬ ਵੀ ਹਾਂ ਇੱਕ ਰੀਜ਼ਨ ਹੈ ਉਹਨਾਂ ਕੋਲ, ਇੱਕ ਰੀਜ਼ਨੇਬਲ ਜਾਂ ਕਾਰਨ ਹੈ ਉਹਨਾਂ ਕੋਲ ਵਾਈਂਡ ਅਪ ਕਰਨ ਦਾ, ਦੈਨ ਕੋਰਟ ਅਲਾਉ ਕਰਦੀ ਹੈ ਤੇ ਉਸ ਤੋਂ ਬਾਅਦ ਇੱਕ ਪ੍ਰੋਪਰ ਜੇ ਪ੍ਰੋਸੀਜਰ ਫੋਲੋ ਕੀਤਾ ਜਾਂਦਾ ਦੈਨ ਕਿਤੇ ਜਾ ਕੇ ਜੋ ਕੰਪਨੀ ਹੈ ਇਹ ਵਾਊਂਡ ਅਪ ਹੋ ਜਾਂਦੀ ਹੈ। ਸੋ ਰਜੇ ਇਹ ਸੀ ਪਾਰਟਨਰਸ਼ਿਪ ਤੇ ਜੁਆਇੰਟ ਸਟਾਕ ਕੰਪਨੀ ਦੇ ਵਿੱਚ। ਨੈਕਸਟ ਲੈਕਚਰ ਦੇ ਵਿੱਚ ਅਸੀਂ ਪੜਾਂਗੇ ਰਜੇ 1 ਪਰਸਨ ਕੰਪਨੀ, ਠੀਕ ਹੈ ਜੀ। ਥੈਂਕ ਯੂ।